गुड मॉर्निंग स्टूडेंट्स। ਲੈਸਨ ਚੱਲ ਰਿਹਾ ਹੈ ਬੇਟੇ ਮੀਡੀਵੀਅਲ ਵਰਲਡ। ਉਸ ਦੇ ਵਿੱਚ ਦੋ ਸੋਰਸਸ ਦੀ ਗੱਲ ਚੱਲ ਰਹੀ ਹੈ। ਫਸਟਲੀ ਸੀ ਆਰਕੀਓਲੋਜੀਕਲ ਸੋਰਸ ਜੋ ਆਪਾਂ ਪੜ੍ਹ ਚੁੱਕੇ ਹਾਂ ਪਿਛਲੇ ਲੈਕਚਰ ਦੇ ਵਿੱਚ। ਅੱਜ ਪੜ੍ਹਾਂਗੇ ਲਿਟਰੇਰੀ ਸੋਰਸ ਸਾਹਿਤਿਕ ਸੋਮੇ। ਇਸ ਦੇ ਵਿੱਚ ਕੀ ਆਉਂਦਾ? ਇਸ ਦੇ ਵਿੱਚ ਆਉਂਦਾ ਕ੍ਰੋਨੀਕਲਸ, ਉਸ ਤੋਂ ਬਾਅਦ ਹੈਗਾ ਮੈਮਿਓਰ, ਆਟੋਬਾਇਓਗ੍ਰਾਫੀਜ਼, ਟਰੈਵਲਿੰਗ ਹੋ ਗਿਆ, ਨਾਲ ਬੁੱਕਸ ਹੋ ਗਈਆਂ, ਮੈਨਿਊ ਸਕ੍ਰਿਪਟ ਹੋ ਗਈ। ਤਾਂ ਉਹਦੇ ਬਾਰੇ ਜੋ ਵੀ ਹੈਗਾ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਫਸਟਲੀ ਆ ਜਾਂਦਾ ਹੈ ਆਪਣੇ ਕੋਲੇ ਕ੍ਰੋਨੀਕਲਸ। ਕ੍ਰੋਨੀਕਲ ਦਾ ਮਤਲਬ ਕੀ ਹੁੰਦਾ ਹੈ ਰਾਜੇ? ਇੱਕ ਤਰ੍ਹਾਂ ਦੀ ਜੋ ਇਤਿਹਾਸ ਕਹਿੰਦੇ ਆ ਇਹਨੂੰ। ਇਹ ਇਤਿਹਾਸ ਕਿਵੇਂ ਹੁੰਦਾ ਹੈ? ਰਿਕਾਰਡ ਆਫ ਦਾ ਰੂਲ ਆਫ ਦਾ ਕਿੰਗਸ ਐਂਡ ਲਾਈਫ ਐਟ ਦਾ ਕੋਰਟ। ਇਹਦੇ ਵਿੱਚ ਕੀ ਹੁੰਦਾ ਕ੍ਰੋਨੀਕਲ ਦੇ ਵਿੱਚ ਕਿ ਰਾਜੇ ਦੇ ਰੂਲ ਦੇ, ਜੋ ਰਾਜਾ ਹੈ ਉਹਦਾ ਰੂਲ ਕਿਸ ਤਰ੍ਹਾਂ ਦਾ ਸੀਗਾ, ਕਿਸ ਤਰ੍ਹਾਂ ਦਾ ਉਹ ਸ਼ਾਸਨ ਕਰਦਾ ਸੀ ਅਤੇ ਉਹਦੀ ਲਾਈਫ ਕਿਸ ਤਰ੍ਹਾਂ ਦੀ ਸੀ। ਉਹਦੀ ਲਾਈਫ ਦੇ ਵਿੱਚ ਜੋ ਵੀ ਹੈਪਨਿੰਗਸ ਹੋਈਆਂ ਏ, ਜੋ ਈਵੈਂਟ ਹੋਏ ਆ, ਉਹਨਾਂ ਨੂੰ ਤਰਤੀਬਵਾਰ ਸੀਰੀਅਲ ਆਰਡਰ ਦੇ ਵਿੱਚ ਲਿਖਿਆ ਜਾਂਦਾ ਹੈ ਕ੍ਰੋਨੀਕਲ ਦੇ ਵਿੱਚ। ਕਲੀਅਰ? ਅਤੇ ਬਹੁਤ ਸਾਰੇ ਕ੍ਰੋਨੀਕਲ ਸਾਨੂੰ ਮਿਲਦੇ ਆ ਅਤੇ ਹਰੇਕ ਰਾਜੇ ਦਾ ਆਲਮੋਸਟ ਹੀ ਕ੍ਰੋਨੀਕਲ ਹੁੰਦੇ ਸੀਗੇ। ਠੀਕ ਹੈ। ਜ਼ਿਆਦਾਤਰ ਕ੍ਰੋਨੀਕਲਸ ਆ ਜਿਹੜੇ ਪਰਸ਼ੀਅਨ, ਅਰੈਬਿਕ ਅਤੇ ਤਰਕਿਸ਼ ਲੈਂਗੁਏਜ ਦੇ ਵਿੱਚ ਲਿਖੇ ਜਾਂਦੇ ਸੀ। ਇਹਨਾਂ ਤੋਂ ਸਾਨੂੰ ਲਿਟਰੇਰੀ ਸੋਰਸ ਹੈ ਅਤੇ ਇਹਨਾਂ ਤੋਂ ਸਾਨੂੰ ਮੀਡੀਵੀਅਲ ਪੀਰੀਅਡ ਦੇ ਬਾਰੇ ਨੌਲੇਜ ਮਿਲਦੀ ਹੈ। ਜਿਵੇਂ ਕਿ ਰਾਜ ਤਰੰਗਨੀ ਕ੍ਰੋਨੀਕਲ ਕਲਹਨ ਦੇ ਦੁਆਰਾ ਲਿਖਿਆ ਗਿਆ ਸੀ। ਕਸ਼ਮੀਰ ਦੇ ਰਾਜੇ ਦੀ ਹਿਸਟਰੀ ਹੈ ਇਸ ਦੇ ਵਿੱਚ। ਅੱਗੇ ਆ ਤਰੀਖ-ਏ ਫਿਰੋਜ਼ ਸ਼ਾਹੀ ਜ਼ਿਆ ਉਲ ਦੀਨ ਬਰੂਨੀ ਨੇ ਲਿਖਿਆ ਸੀਗਾ ਅਤੇ ਇਹਦੇ ਵਿੱਚ ਦਿੱਲੀ ਦੇ ਸੁਲਤਾਨਾਂ ਦੀ ਹਿਸਟਰੀ ਦੱਸੀ ਗਈ ਆ ਫਿਰੋਜ਼ ਸ਼ਾਹ ਤੁਗਲਕ ਦੇ ਟਾਈਮ ਤੱਕ। ਦਿੱਲੀ ਦੇ ਸੁਲਤਾਨਾਂ ਤੋਂ ਲੈ ਕੇ ਫਿਰੋਜ਼ ਸ਼ਾਹ ਤੁਗਲਕ ਦੇ ਟਾਈਮ ਤੱਕ ਦੀ ਜੋ ਹਿਸਟਰੀ ਹੈ, ਸਾਰੀ ਈਵੈਂਟ ਹੋਏ ਆ ਸਾਰੇ, ਉਹਨਾਂ ਬਾਰੇ ਦੱਸਿਆ ਗਿਆ ਹੈ। ਨੈਕਸਟ ਆ ਗਿਆ ਖਜ਼ਾਨੁਲ ਫਤਹ ਅਤੇ ਤੁਗਲਕਨਾਮਾ। ਇਹ ਦੋਵੇਂ ਰਚਨਾਵਾਂ ਅਮੀਰ ਖੁਸਰੋ ਦੀਆਂ। ਇਹ ਆਪਾਂ ਨੂੰ ਕੁਐਸਚਨ ਵੀ ਆਊਗਾ, ਸੋ ਧਿਆਨ ਨਾਲ ਦੇਖ ਲਓ। ਖਜ਼ਾਨੁਲ ਫਤਹ ਅਤੇ ਤੁਗਲਕਨਾਮਾ ਦੋਵੇਂ ਅਮੀਰ ਖੁਸਰੋ ਨੇ ਲਿਖੀਆਂ ਹੋਈਆਂ ਹੈ। ਇਹਨਾਂ ਦੇ ਵਿੱਚ ਕੀ ਹੈ? ਖਿਲਜੀ ਵੰਸ਼ ਅਤੇ ਤੁਗਲਕ ਵੰਸ਼, ਇਹਨਾਂ ਦੋਹਾਂ ਵੰਸ਼ਾਂ ਦੇ ਰਾਜਾਂ ਦੇ ਬਾਰੇ ਸਾਰੀ ਇੰਪੋਰਟੈਂਟ ਇਨਫੋਰਮੇਸ਼ਨ ਇਹਨਾਂ ਦੋਹਾਂ ਕ੍ਰੋਨੀਕਲ ਦੇ ਵਿੱਚ ਦਿੱਤੀ ਹੋਈ ਹੈ। ਨੈਕਸਟ ਗੱਲ ਕਰਦੇ ਹਾਂ ਆਪਾਂ ਮੈਮੋਰ ਅਤੇ ਆਟੋਬਾਇਓਗ੍ਰਾਫੀਸ। ਮੈਮੋਰ ਕੀ ਹੁੰਦਾ ਹੈ? ਇਤਿਹਾਸ। ਠੀਕ ਹੈ, ਜਾਂ ਕੋਈ ਵੀ ਬਾਇਓਗ੍ਰਾਫੀ ਲਿਖਣਾ ਨੌਲੇਜ ਦੇ ਵਾਸਤੇ। ਆਟੋਬਾਇਓਗ੍ਰਾਫੀ ਸਵੈ ਜੀਵਨੀ, ਆਪਦੀ ਜੀਵਨੀ ਆਪ ਲਿਖਣਾ। ਸੋ ਮੈਮੋਰ ਅਤੇ ਜੋ ਆਟੋਬਾਇਓਗ੍ਰਾਫੀ ਹੈ ਰੂਲਰਸ ਦੀ, ਉਹ ਵੀ ਇੰਪੋਰਟੈਂਟ ਸੋਰਸ ਹੈ, ਸਾਨੂੰ ਬਹੁਤ ਇਨਫੋਰਮੇਸ਼ਨ ਦਿੰਦੇ ਆ ਮੀਡੀਵੀਅਲ ਪੀਰੀਅਡ ਦੇ ਬਾਰੇ। ਬਾਬਰ ਨੇ ਮੈਮੋਰ ਲਿਖਿਆ ਸੀ ਬਾਬਰਨਾਮਾ, ਜਿਹਦੇ ਵਿੱਚੋਂ ਸਾਨੂੰ ਉਸ ਟਾਈਮ ਦੀ ਜੋ ਕੰਡੀਸ਼ਨ ਸੀ ਉਹਦੇ ਬਾਰੇ ਪਤਾ ਲੱਗਦਾ ਹੈ। ਜਹਾਂਗੀਰ ਦੀ ਆਟੋਬਾਇਓਗ੍ਰਾਫੀ ਸੀ, ਜਿਹਨੂੰ ਅਸੀਂ ਜਹਾਂਗੀਰਨਾਮਾ ਵੀ ਕਹਿੰਦੇ ਹਾਂ। ਠੀਕ ਹੈ, ਉਹਦੇ ਵਿੱਚੋਂ ਸਾਨੂੰ ਇੰਪੋਰਟੈਂਟ ਉਸ ਟਾਈਮ ਦੀ ਪੋਲੀਟੀਕਲ, ਸੋਸ਼ਲ, ਇਕਨੋਮਿਕ ਕੰਡੀਸ਼ਨ ਬਾਰੇ ਪਤਾ ਲੱਗਦਾ ਹੈ। ਹਿਮਾਯੂ ਦੀ ਜੋ ਵੀ ਜਿਹੜਾ ਸੀਗਾ ਲਿਖਿਆ ਗਿਆ ਹੈ ਹਿਮਾਯੂ ਦੇ ਪੀਰੀਅਡ ਦੇ ਵਿੱਚ, ਗੁਲਬਦਾਨ ਬੇਗਮ ਨੇ ਲਿਖਿਆ ਸੀ ਇਹਨੂੰ। ਤਾਂ ਇਹਦੇ ਵਿੱਚੋਂ ਵੀ ਸਾਨੂੰ ਉਸ ਟਾਈਮ ਦੇ ਰਾਇਲ ਅਫੇਅਰ ਸੀ ਜਿਹੜੇ, ਜੋ ਸ਼ਾਹੀ ਕੰਮਕਾਜ ਸੀ, ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਲਿਟਰੇਰੀ ਸੋਰਸ ਦੀ ਇੱਕ ਪਿਕਚਰ ਮੈਂ ਤੁਹਾਨੂੰ ਡਿਪਿਕਟ ਕੀਤੀ ਹੈ ਕਿ ਇਸ ਤਰ੍ਹਾਂ ਦਾ ਸਾਹਿਤ ਉਸ ਟਾਈਮ 'ਤੇ ਲਿਖਿਆ ਜਾਂਦਾ ਸੀਗਾ, ਜ਼ਿਆਦਾਤਰ ਪਰਸ਼ੀਅਨ, ਅਰੈਬਿਕ, ਤੁਰਕਿਸ਼ ਲੈਂਗੁਏਜ ਦੇ ਵਿੱਚ। ਤਾਂ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ। ਨੈਕਸਟ ਆ ਗਿਆ ਟਰੈਵਲਿੰਗ ਦਾ ਮਤਲਬ ਕਿ ਜੋ ਉਸ ਟਾਈਮ 'ਤੇ ਫੋਰਨ ਟਰੈਵਲਰ ਆਏ ਸੀ ਤਾਂ ਉਹਨਾਂ ਨੇ ਇੰਡੀਆ ਦੇ ਵਿੱਚ ਜੋ ਕੁਛ ਦੇਖਿਆ ਹੈ ਉਹੀ ਕੁਛ ਉਹਨਾਂ ਨੇ ਲਿਖਤਾ। ਠੀਕ ਹੈ, ਤਾਂ ਉਹਦੇ ਵਿੱਚ ਕਿਹੜੇ ਮੇਨ ਸੀ? ਇਵਾਨ ਬਤੂਤਾ, ਮਾਰਕੋ ਪੋਲੋ ਸੀਗਾ। ਠੀਕ ਹੈ, ਨਿਕੋਲੋ ਕੌਂਟ, ਅਬਦੁਲ ਰਜ਼ਾਕ, ਰਾਲਫ ਫਿਸ਼ ਅਤੇ ਹੋਰ ਬਹੁਤ ਸਾਰੇ ਟਰੈਵਲਰ ਸੀਗੇ ਜਿਹੜੇ ਕਿ ਇੱਧਰ ਆਏ ਸੀ। ਉਹਨਾਂ ਦੀਆਂ ਜੋ ਰਚਨਾਵਾਂ ਉਹਨਾਂ ਨੇ ਲਿਖੀਆਂ ਇੰਡੀਆ ਦੀ ਕੰਡੀਸ਼ਨ ਨੂੰ ਵੇਖ ਕੇ, ਤਾਂ ਉਹਨਾਂ ਨੂੰ ਅਸੀਂ ਟਰੈਵਲਿੰਗ ਕਹਿ ਦਿੰਦੇ ਹਾਂ। ਠੀਕ ਹੈ, ਇਹਨਾਂ ਤੋਂ ਵੀ ਸਾਨੂੰ ਉਸ ਟਾਈਮ ਦੇ ਮੀਡੀਵੀਅਲ ਪੀਰੀਅਡ ਦੇ ਵਿੱਚ ਦੀ ਜਾਣਕਾਰੀ ਮਿਲਦੀ ਹੈ, ਕਿਉਂਕਿ ਜੋ ਇਹਨਾਂ ਟਰੈਵਲਰ ਨੇ ਦੇਖਿਆ ਹੋਊਗਾ ਉਹੀ ਇਹਨਾਂ ਨੇ ਉੱਥੋਂ ਦੀ ਕੰਡੀਸ਼ਨ ਦੇ ਬਾਰੇ ਲਿਖਿਆ ਹੋਊਗਾ। ਨੈਕਸਟ ਆ ਗਿਆ ਆਪਣੇ ਕੋਲੇ ਰਿਲੀਜੀਅਸ ਲਿਟਰੇਚਰ, ਧਾਰਮਿਕ ਸਾਹਿਤ ਤੋਂ ਵੀ ਹੁਣ ਜਿਵੇਂ ਤੁਹਾਨੂੰ ਪਤਾ ਹੈ ਵੀ ਉਸ ਟਾਈਮ ਦੀ ਜਾਣਕਾਰੀ ਆਪਾਂ ਨੂੰ ਮਿਲ ਜਾਂਦੀ ਹੁੰਦੀ ਹੈ ਜੇ ਆਪਾਂ ਕਿਤੋਂ ਦਾ ਧਾਰਮਿਕ ਸਾਹਿਤ ਵੀ ਪੜ੍ਹਦੇ ਹਾਂ। ਤਾਂ ਧਾਰਮਿਕ ਸਾਹਿਤ ਵਿੱਚ ਉਸ ਟਾਈਮ ਦੇ ਦੌਰਾਨ ਮੇਨਲੀ ਉਹਨੂੰ ਭਗਤੀ ਅਤੇ ਸੂਫੀ ਮੂਵਮੈਂਟ ਉਸ ਟਾਈਮ 'ਤੇ ਜ਼ਿਆਦਾ ਪਾਪੂਲਰ ਸੀਗੇ। ਭਗਤੀ ਮੂਵਮੈਂਟ ਅਤੇ ਸੂਫੀ ਮੂਵਮੈਂਟ ਸੀਗਾ। ਠੀਕ ਹੈ,
ਉਦੋਂ 2 ਮਹਾਂਕਾਵ ਲਿਖੇ ਗਏ ਸੀ, ਰਮਾਇਣ ਅਤੇ ਮਹਾਂਭਾਰਤ। ਇਹਨਾਂ ਦੇ ਵਿੱਚੋਂ ਵੀ ਸਾਨੂੰ ਉਸ ਟਾਈਮ ਦੇ ਬਾਰੇ ਬਹੁਤ ਸਾਰੀ ਨੌਲੇਜ ਮਿਲਦੀ ਹੈ। ਇਸ ਤੋਂ ਬਿਨਾਂ ਬੇਟੇ ਬਹੁਤ ਸਾਰੀਆਂ ਹੋਰ ਬੁੱਕਸ ਲਿਖੀਆਂ ਗਈਆਂ ਸੀ ਜਿਹੜੀਆਂ ਮਰਾਠੀ, ਉਰਦੂ, ਤਾਮਿਲ, ਪਰਸ਼ੀਅਨ, ਕਾਨੜਾ, ਅਰੈਬਿਕ ਲੈਂਗੁਏਜ ਦੇ ਵਿੱਚ ਲਿਖੀਆਂ ਗਈਆਂ ਸੀ, ਉਹ ਵੀ ਸਾਨੂੰ ਮਿਲਦੀਆਂ ਹੈ। ਉਹ ਵੀ ਜੋ ਹਿਸਟਰੀ ਦਾ ਇੰਪੋਰਟੈਂਟ ਸੋਰਸ ਹੈ ਸਾਡਾ। ਉਸ ਤੋਂ ਬਾਅਦ ਜਿਵੇਂ ਇੱਕ ਦੋ ਹੋਰ ਸੋਰਸਸ ਹੋ ਗਏ, ਜਿਸ ਤਰ੍ਹਾਂ ਕਿ ਬਿਊਟੀਫੁਲ ਹੈਂਡ ਰਿਟਨ ਮੈਨੂਸਕ੍ਰਿਪਟ ਮਿਲਦੀਆਂ ਏ, ਜਿਨ੍ਹਾਂ ਨੂੰ ਸਟਾਈਲਿਸ਼ਲੀ ਲਿਖਿਆ ਹੁੰਦਾ ਸੀ ਅਤੇ ਡੈਕੋਰੇਟਡ ਕੀਤਾ ਹੁੰਦਾ ਸੀ। ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਕੈਲੀਗ੍ਰਾਫੀ ਕਿਹਾ ਜਾਂਦਾ ਏ। ਉਸ ਤੋਂ ਵੀ ਸਾਨੂੰ ਨੌਲੇਜ ਮਿਲਦੀ ਆ। ਉਸ ਤੋਂ ਬਿਨਾਂ ਅਰਕੀਵਜ਼ ਜਿਵੇਂ ਲਿਟਰੇਰੀ ਸੋਰਸ ਵਿੱਚ ਅਰਕੀਵਜ਼ ਆਉਂਦਾ। ਇਹਦੇ ਕੀ ਹੁੰਦਾ, ਇਹਦੇ ਵਿੱਚ ਕੀ ਹੈ ਕਿ ਜੋ ਰੂਲਰਸ ਦੇ ਦੁਆਰਾ, ਉਸ ਟਾਈਮ ਦੇ ਰਾਜਿਆਂ ਦੁਆਰਾ ਜੋ ਵੀ ਫਰਮਾਨ ਇਸ਼ੂ ਕੀਤੇ ਜਾਂਦੇ ਸੀ ਜਾਂ ਉਹਨਾਂ ਦੀਆਂ ਸੰਧੀਆਂ ਹੁੰਦੀਆਂ ਸੀ ਦੂਜੇ ਰਾਜਿਆਂ ਨਾਲ, ਉਹਨਾਂ ਦੇ ਐਗਰੀਮੈਂਟ ਹੁੰਦੇ ਸੀ, ਉਹ ਸਾਰਾ ਰਿਟਨ ਰਿਕਾਰਡ ਸਾਡੇ ਕੋਲ ਪਏ ਆ, ਸਾਨੂੰ ਮਿਲਦੇ ਆ। ਉਹਨਾਂ ਤੋਂ ਵੀ ਸਾਨੂੰ ਮੈਡੀਵੀਅਲ ਪੀਰੀਅਡ ਦੇ ਐਡਮਿਨਿਸਟ੍ਰੇਸ਼ਨ ਦੀ, ਉਹਨਾਂ ਦੀਆਂ ਪੋਲਿਸੀਜ਼ ਦੀ ਇਨਫੋਰਮੇਸ਼ਨ ਮਿਲਦੀ ਹੈ। ਸੋ ਰਾਜੇ, ਤੁਸੀਂ ਜਿਹੜਾ ਹੈਗਾ ਅੱਜ ਆਪਾਂ ਲਿਟਰੇਰੀ ਸੋਰਸ ਪੜ੍ਹਿਆ ਏ, ਇਹਦੇ ਨਾਲ ਆਪਣਾ ਜੋ ਚੈਪਟਰ ਸੀਗਾ ਫਸਟ ਹਿਸਟਰੀ ਦਾ ਉਹ ਕੰਪਲੀਟ ਹੋ ਜਾਂਦਾ ਏ।